ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਬੜਾ ਸਾਰਾ ਸਵਾਗਤ ਹੈ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ। ਮੇਰੇ ਵੱਲੋਂ ਵੀ ਆਪ ਜੀ ਸਾਰੇ ਸਰੋਤਿਆਂ ਦੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ, ਠੀਕ ਠਾਕ ਹੋ? ਬੜੀ ਕਿਰਪਾ ਜੀ। ਐਡਵੋਕੇਟ ਜਨਰਲ ਵਿਨੋਦ ਕਈ ਮਸਲੇ ਤੇ ਮਸਲਾ, ਮਸਲੇ ਤੇ ਮਸਲਾ, ਮਸਲੇ ਤੇ ਮਸਲਾ, ਉਹ ਜੂੰ ਜੰਮਿਆ ਬੋਦੀ ਵਾਲਾ ਹੁੰਦਾ ਜਾ ਰਿਹਾ ਭਗਵੰਤ ਮਾਨ। ਸਰਕਾਰ ਤਾਂ ਬੜੀ ਮੈਜੋਰਟੀ ਦੇ ਨਾਲ ਦਿੱਤੀ ਪੰਜਾਬੀਆਂ ਨੇ, ਪਰ ਹਰ ਇੱਕ ਮਸਲੇ ਦੇ ਉੱਤੇ ਕਿੰਤੂ ਪਰੰਤੂ ਜਿਹੜਾ ਹੈ ਉਹ ਪਹਿਲਾਂ ਵੀ ਹੁੰਦਾ ਰਿਹਾ ਕਿ ਇਹ ਨਵੀਂ ਗਲਤ ਨਹੀਂ ਆ ਕਿ ਆਮ ਆਦਮੀ ਪਾਰਟੀ ਤੇ ਹੋ ਰਿਹਾ। ਪਰ ਇਸ ਵਕਤ ਜਿਹੜਾ ਅਨਮੋਲ ਰਤਨ ਸਿੰਘ ਸਿੱਧੂ, ਕਿਉਂਕਿ ਤੁਸੀਂ ਇੱਕ ਸੀਨੀਅਰ ਐਕਸਪਰਟ ਪੱਤਰਕਾਰਾਂ ਦੇ ਵਿੱਚੋਂ, ਤੁਹਾਡੀ ਸੋਚ ਡਿਫਰੈਂਟ ਹੁੰਦੀ ਹੈ। ਮੈਂ ਸਵਾਲ ਤੁਹਾਡੇ ਤੋਂ ਜ਼ਰੂਰ ਪੁੱਛਣਾ ਚਾਹਾਂਗਾ ਕਿ ਇਸਤੀਫਾ ਦੇਣ ਉਪਰੰਤ ਹਾਲੇ ਤੱਕ ਵੀ ਸਥਿਤੀ ਜਿਉਂ ਦੀ ਤਿਉਂ ਹੈ। ਕਿਆਸ ਰਾਈਆਂ ਸੋਸ਼ਲ ਨੈਟਵਰਕ ਮੀਡੀਆ ਤੇ ਬੜਾ ਲਾੜਾ ਬੜੇ ਬੜੇ ਮਹਾਰਥੀ ਬੈਠੇ ਨੇ, ਪਰ ਸੱਚਾਈ ਜਿਹੜੀ ਹੈ ਧਰਾਤਲ ਤੇ ਕਿ ਪੰਜਾਬ ਸਰਕਾਰ ਨਹੀਂ ਲਗਾ ਸਕੀ ਕੋਈ ਐਡਵੋਕੇਟ। ਜਨਰਲ ਵਿਨੋਦ ਕਈ ਦਾ ਮਾਮਲਾ ਵਿਵਾਦਾਂ ਵਿੱਚ ਫਸਿਆ ਹੈ ਔਰ ਭਗਵੰਤ ਮਾਨ ਸਾਹਿਬ ਦਾ ਪਤਾ ਨਹੀਂ ਮੁੱਖ ਮੰਤਰੀ ਬਣਨ ਤੋਂ ਬਾਅਦ ਦਿੱਲੀ ਦਾ ਕਿਨਵਾ ਗੇੜਾ ਉੱਥੇ ਬੈਠੇ ਹੋਏ ਨੇ ਵੱਡੇ ਵੱਡੇ ਮਹਾਰਥੀ। ਕੀ ਕਹਿਣਾ ਚਾਹੋਗੇ? ਜਿਹੜੀ ਅਨਮੋਲ ਗਗਨ ਸਿੰਘ ਸਿੱਧੂ ਨੂੰ ਹਟਾਇਆ ਗਿਆ ਵਾ, ਉਹ ਲਗਭਗ ਕਨਫਰਮ ਹੋ ਗਿਆ ਕਿ ਉਹਦੀ ਤੇ ਬਕਾਇਦਾ ਤੌਰ ਤੇ ਚੱਡਾ ਸਾਹਿਬ ਦੀ, ਰਾਘਵ ਚੱਡਾ ਦੀ ਆਪਸ ਵਿੱਚ ਕੋਈ ਬਹੁਤੀ ਚੱਕ ਨਹੀਂ ਰਹਿ ਸਕਿਆ। ਤੇ ਐਡਵੋਕੇਟ ਜਨਰਲ ਜਿਹੜਾ ਹੁੰਦਾ ਉਹਨੂੰ ਜਾ ਕੇ ਕੋਰਟਾਂ 'ਚ ਲੜਨਾ ਹੁੰਦਾ, ਨਾ ਕਿ ਬਾਹਰ। ਚੱਡਾ ਨੂੰ ਆ ਕਿ ਬਕਾਇਦਾ ਤੌਰ ਤੇ ਕੇਜਰੀਵਾਲ, ਹਾਂਜੀ, ਰਾਘਵ ਚੱਡਾ ਦੀ ਇੰਟਰਫੇਸ ਬਹੁਤ ਜ਼ਿਆਦਾ ਸੀ। ਮਾਮੂ ਜੀ ਸੁਣ ਲਓ, ਆ ਜਾਓ ਜੇ ਕਰਨੀ ਹੈ ਗੱਲ ਤੇ, ਕਿਉਂਕਿ ਉਹਨਾਂ ਨੇ ਆਪਣੀ ਕਿੰਟ 'ਚ ਇਸ਼ਾਰਾ ਵੀ ਕਰ ਦਿੱਤਾ ਸੀ, ਆਪਣੀ ਇੰਟ 'ਚ ਇਸ਼ਾਰਾ ਕਰਤਾ ਇੱਕ ਉਹਨਾਂ ਨੇ। ਭਾਵੇਂ ਉਹਨਾਂ ਦੇ ਅੱਜ ਵੀ ਸੰਬੰਧ ਬਹੁਤ ਵਧੀਆ ਨੇ ਭਗਵੰਤ ਮਾਨ ਹੋਰਾਂ ਨਾਲ। 19 ਜੁਲਾਈ ਨੂੰ ਉਹਨਾਂ ਨੇ ਆਪਣਾ ਅਸਤੀਫਾ ਦੇ ਦਿੱਤਾ ਤੇ 26 ਜੁਲਾਈ ਤੱਕ ਇਹਨਾਂ ਨੇ ਚੱਲਦੀ ਰਹੀ ਗੱਲ ਵੀ ਤੁਸੀਂ ਅਸਤੀਫਾ ਨਾ ਦਿਓ। ਕਹਿੰਦੇ ਜੀ ਮੈਂ ਚੱਲ ਨਹੀਂ ਸਕਦਾ, ਮੈਂ ਤੁਹਾਡੇ ਨਾਲ ਚੱਲ ਜੂਗਾ, ਬਾਕੀ ਨਾਲ ਨਹੀਂ ਚੱਲ ਸਕਦਾ। ਤੁਹਾਨੂੰ ਪਤਾ ਹੋਵੇ ਕਿ ਭਾਵੇਂ ਉਹ ਸਹਿਬਨ ਸੀਗਾ ਜਦੋਂ ਇਹ ਦਿੱਲੀ ਤੋਂ ਬਾਈ ਟ੍ਰੇਨ ਆ ਰਹੇ ਸੀ, ਭਾਵੇਂ ਕੋਈ ਰੂਟੀਨ ਮੈਟਰ ਸੀਗਾ। ਉਸ ਤੋਂ ਬਾਅਦ ਵਿੱਟੇ ਵੱਜੇ ਨੇ, ਉਸ ਤੋਂ ਪਹਿਲੇ ਵਿੱਟੇ ਵੱਜਦੇ ਰਹੇ ਨੇ, ਲੋਕ ਕਰਦੇ ਇਹੋ ਜਿਹੀ ਗੜਬੜ ਕਰਦੇ। ਹੁਣ ਅਨਮੋਲ ਰਤਨ ਸਿੰਘ ਸਿੱਧੂ ਇੰਟੈਲੀਜੈਂਟ ਬੰਦਾ ਜਿਹਨੇ ਕਿਹਾ ਕਿ ਮੈਂ ਤਨਖਾਹ ਨਹੀਂ ਲੈਣੀ, ਮੈਂ ਆਨਰੀ ਕੰਮ ਕਰੂੰਗਾ। ਹੁਣ ਉਹਦੇ ਵੱਲੋਂ ਅਸਤੀਫਾ 19 ਤਰੀਕ ਨੂੰ ਦਿੱਤਾ ਤੇ ਬਥੇਰਾ ਮਨਾਇਆ ਭਗਵੰਤ ਮਾਨ ਹੋਰਾਂ ਵੀ ਤੁਸੀਂ ਨਾ ਜਾਓ, ਸਾਡਾ ਸਰਕਲ ਤੁਹਾਡੇ ਤੇ ਕਹਿੰਦੇ ਕਹਿੰਦੇ ਜੀ ਮੈਂ ਤੁਹਾਡੇ ਕੋਲ ਹੀ ਹੈ, ਕੋਈ ਗੱਲ ਨਹੀਂ। ਅਨਮੋਲ ਰਤਨ ਸਿੱਧੂ ਨੇ ਇੰਨੀ ਗੱਲ ਕੀ ਵੀ ਜੇ ਸਰਕਾਰ ਮੈਨੂੰ ਕਿਤੇ ਵਿਸ਼ੇਸ਼ ਤੌਰ ਤੇ ਕਿਸੇ ਕੇਸ ਤੇ ਗਈ ਤੇ ਮੈਂ ਆਨਰੀ ਕੰਮ ਕਰੂੰਗਾ, ਉੱਥੇ ਨਾ ਮੈਨੂੰ ਮਦਦ ਕਰੂ ਸਰਕਾਰ। ਇਹਦੀ ਪੁਸ਼ਟੀ ਬਕਾਇਦਾ ਉੱਤੇ ਭਗਵੰਤ ਮਾਨ ਨੇ ਵੀ ਕੀਤੀ ਆ। ਲੇਕਿਨ ਜਿਹੜੇ ਵਿਦਿਆ ਕਈ ਨੇ ਜਿਨ੍ਹਾਂ ਬਾਰੇ ਇਹ ਚਰਚਾ ਸੀ ਕਿ ਐਡਵੋਕੇਟ ਜਨਰਲ ਲਾਤੇ, ਲੇਕਿਨ ਕੱਲ ਸ਼ਾਮ ਤੱਕ ਹਾਲੀ ਤੱਕ ਉਹਨਾਂ ਦਾ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਅਜੇ ਤੱਕ ਹੋਇਆ। ਜਦੋਂ ਨੋਟੀਫਿਕੇਸ਼ਨ ਨਹੀਂ ਹੋਇਆ ਤੇ ਫਿਰ ਐਡਵੋਕੇਟ ਜਨਰਲ ਕਰਦੇ। ਹਾਲੀ ਕਿ ਉਹਨਾਂ ਨੇ ਕਹਿਤਾ ਜੀ ਮੈਂ ਕਿਸੇ ਮੰਤਰੀ ਦੇ ਕਿਸੇ ਸੰਤਰੀ ਦੇ ਜਾ ਕੇ ਤਰਲੇ ਨਹੀਂ ਕੀਤੇ, ਮੇਰੀ ਨਿਯੁਕਤੀ ਉਹ ਜੇ ਕਰ ਰਹੇ ਨੇ ਤੇ ਉਹ ਮੈਰਿਟ ਤੇ ਕਰ। ਅਜੇ ਨਿਯੁਕਤੀ ਹੋਣੀ ਸੀ ਜਿਹੜੇ ਕਰਨ ਸੁਖਰਾਜ ਸਿੰਘ ਇਨਸਾਫ ਮੋਰਚਾ ਲਾ ਕੇ ਬੈਠੇ ਬਾਈਬਲ ਕਲਰ ਦੇ, ਜਿਨ੍ਹਾਂ ਨੇ ਕਿਹਾ ਕਿ 31 ਜੁਲਾਈ ਨੂੰ ਵੱਡਾ ਇਕੱਠ ਕਰਕੇ ਅਸੀਂ ਹੁਣ ਮੋਰਚਾ ਖੋਲਾਂਗੇ ਸਰਕਾਰ ਦੇ ਖਿਲਾਫ। ਉਹਨਾਂ ਨੇ ਬੜੀ ਆਲੋਚਨਾ ਕੀਤੀ ਹੈ ਵੀ ਇਹੋ ਜਿਹੇ ਬੰਦੇ ਨੂੰ ਐਡਵੋਕੇਟ ਜਨਰਲ ਲਾ ਕੇ ਸਰਕਾਰ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀ ਹੈ। ਬਾਬਾ ਬਲਜੀਤ ਸਿੰਘ ਦਾਦੂਵਾਲ ਜਿਹੜੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ, ਉੱਘੇ ਪ੍ਰਚਾਰਕ ਨੇ, ਉਹਨਾਂ ਨੇ ਬੜੀ ਆਲੋਚਨਾ ਕੀਤੀ ਹੈ ਕਿ ਜਿਹੜਾ ਵਿਦਿਆ ਕਈ ਬਾਬਾ ਗੁਰਮੀਤ ਰਾਮ ਰਹੀਮ ਦਾ ਵਕੀਲ ਆ, ਉਹਨੂੰ ਪਰੌਲ ਦੇਣ ਦੇ ਵਿੱਚ ਪਹਿਲੇ ਨੰਬਰ ਤੇ ਖੜਾ ਵਾ, ਸੈਣੀ ਨੂੰ ਖੜਾ ਵਾ, ਜਿਹੜੇ ਪੰਥ ਵਿਰੋਧੀ ਸ਼ਖਸੀਅਤਾਂ ਨੇ ਉਹਨਾਂ ਦਾ ਉਹ ਵਕੀਲ ਹੈ, ਤੇ ਸਾਡਾ ਐਡਵੋਕੇਟ ਜਨਰਲ ਕਿਵੇਂ ਹੋ ਸਕਦਾ?
ਬਿਲਕੁਲ ਬਿਲकुल। ਤੁਹਾਨੂੰ ਪਤਾ ਹੋਏਗਾ, ਮੇਰੇ ਖਿਆਲ ਸ਼ਾਇਦ ਉਦੋਂ ਕੈਪਟਨ ਦੀ ਸਰਕਾਰ ਸੀ ਪਹਿਲੀ, ਇੱਕ ਐਡਵੋਕੇਟ ਹਰਿਆਣੇ ਦਾ ਸੀ, ਉਹਨੇ ਪਹਿਲਾਂ ਹਰਿਆਣੇ ਵਾਸਤੇ ਕੰਮ ਕੀਤਾ, ਬਹੁਤ ਸਾਰਾ ਕੀਤਾ, ਮੁੜ ਕੇ ਪੰਜਾਬ ਦਾ ਐਡਵੋਕੇਟ ਜਨਰਲ ਬਣ ਗਿਆ। ਹਾਂਜੀ ਹਾਂਜੀ, ਉਦੋਂ ਰੌਲਾ ਪਿਆ ਸੀ। ਇੱਥੇ ਅੰਮ੍ਰਿਤਸਰ ਆਇਆ ਸੀ, ਮੈਨੂੰ ਪੁੱਛਿਆ ਸੀ, ਮੈਂ ਕਿਹਾ ਜੀ ਤੁਹਾਡਾ ਇਹ ਪਹਿਲਾਂ, ਕਹਿੰਦਾ ਜੀ ਵੇਖੋ ਮੈਂ ਜੇ ਖਾਨਾ ਪੰਜਾਬ ਦਾ ਤੇ ਮੈਂ ਬਹਾਦਰੀ ਪੰਜਾਬ ਦੀ ਕਰੂੰਗਾ, ਲੇਕਿਨ ਰੌਲਾ ਪਿਆ ਸੀ, ਉਹਨਾਂ ਨੂੰ ਹਟਾਉਣਾ ਪਿਆ। ਜਾਂ ਪਾਣੀ ਦੇ ਮੁੱਦਿਆਂ ਦੇ ਕਿਵੇਂ ਖੜੋਗੇ? ਬਿਲਕੁਲ ਬਿਲਕੁਲ। APS ਜਿਹੜੇ ਦਿਓਲ ਸੀਗੇ ਉਹਨਾਂ ਨੂੰ ਝੁਟਾਇਆ ਗਿਆ ਸੀਗਾ, ਕਿਉਂਕਿ ਉਹਨਾਂ ਨੇ ਵੀ ਬਕਾਇਦਾ ਤੌਰ ਤੇ ਸੁਮੇਲ ਸੈਣੀ ਦੀ ਜਿਹੜੀ ਸੀ ਬਲੈਂਕਟ ਬਿੱਲ ਦਵਾਈ ਸੀ। ਹਾਂ, ਇਸ ਕਰਕੇ ਵਿਦਿਆ ਕਈ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਹੀ ਇਜ਼ ਇੰਟੈਲੀਜੈਂਟ ਪਰਸਨ, ਤਜਰਬੇਕਾਰ ਬੰਦਾ, 33 ਸਾਲ ਦਾ ਤਜਰਬਾ ਹੁੰਦਾ, ਉਹਦੇ ਫਾਦਰ ਵੀ ਵਕੀਲ ਸਨ ਬੜੇ ਵੱਡੇ। ਇਸ ਕਰਕੇ ਉਹ ਇਹ ਕੋਈ ਸ਼ੱਕ ਵਾਲੀ ਗੱਲ ਨਹੀਂ, ਲੇਕਿਨ ਜੇ ਲੋਕਾਂ ਦੀ ਭਾਵਨਾ ਜੁੜੀਆਂ ਹੁੰਦੀਆਂ ਨਾ, ਭਾਵੇਂ ਉਹ ਚੰਗਾ ਵੀ ਕੰਮ ਕਰਨ ਤੇ ਚੰਗਾ ਲੱਗਦਾ ਨਹੀਂ ਵੀ ਚੰਗਾ ਹੁੰਦਾ। ਇਹਦੇ ਕਰਕੇ ਹੁਣ ਵੇਖੋ ਬਾਬਾ ਦਾਦੂ ਵਾਲੀ ਵੀ ਆ ਗਿਆ, ਮਾਜੀ ਵੀ ਆ ਗਿਆ, ਸਾਰੀਆਂ ਪੰਥਕ ਜਥੇਬੰਦੀਆਂ ਆ ਗਿਆ ਕਿ ਉਸ ਲੱਗਣ ਨਹੀਂ ਦੇਣਾ, ਤੇ ਸਰਕਾਰ ਨੇ ਇੱਥੇ ਤੱਕ ਫੈਸਲੇ ਲਿਆ ਵੀ ਲਾਉਣਾ ਕਿ ਨਹੀਂ ਲਾਉਣਾ। ਜਾ ਕੇ ਇਹ ਸਾਰੀ ਕਹਾਣੀ ਕੱਲ ਭਗਵੰਤ ਮਾਨ ਹੋਰੀ ਕੇਜਰੀਵਾਲ ਸਾਹਿਬ ਦੇ ਕੋਲ ਰੱਖ ਆਏ ਨੇ ਜੀ, ਇਹ ਹਾਲਾਤ ਦੱਸੋ ਕੀ ਕਰੀਏ। ਉਹਨਾਂ ਨੇ ਕੀ ਕਿਹਾ ਤੇ ਭਗਵੰਤ ਮਾਨ ਨੂੰ ਜਾਣਦੇ ਹੋਗੇ, ਲੇਕਿਨ ਇਹ ਕਹਿ ਸਕਦਾ ਵੀ ਕੱਲ ਸ਼ਾਮਾਂ ਤੱਕ ਜਿਹੜਾ ਸੀ ਐਡਵੋਕੇਟ ਜਨਰਲ ਦੀ ਨਿਯੁਕਤੀ ਦਾ ਹਾਲੇ ਤੱਕ ਨੋਟੀਫਿਕੇਸ਼ਨ ਨਹੀਂ ਹੈ। वॉइस ऑफ सिटी 1320 AM चावला न्यूज़ नेटवर्क को टोरंटो च फिर जाना पिया, तो दिल्ली आ, वो किहड़ी दूर है, जी जी उडन खटोला ही आ। ਚੱਲ ਪਏ ਮਿੱਤਰਾ, ਚਲੀਏ। ਹਾਂਜੀ, ਪੰਜਾਬ ਦੀ ਮੈਨੂੰ ਸੁਣ ਰਿਹਾ ਸੀਗਾ ਜੀ, ਉਹ ਕਹਿੰਦੇ ਵੀ ਜਿੰਨਾ ਵੀ ਖਰਚਾ ਆਇਆ ਨਾ ਭਗਵੰਤ ਮਾਨ ਦਾ ਦਿੱਲੀ ਜਾਣ ਦਾ, ਜਾ ਕੇ ਹਸਪੀਟਲ ਐਡਮਿਟ ਹੋਣ ਦਾ, ਉਹ ਨਿਰਮਲ ਕੁਟੀਆ ਬਾਬਾ ਸੀਚੇਵਾਲ ਤੋਂ ਵਸੂਲਿਆ ਜਾਵੇ। ਅੱਛਾ, ਕਿਆ ਬਾਤ, ਉਹਦਾ ਕਿਆ ਬਾਤ। ਕਾਰਨ ਮੈਂ ਕਿਹਾ ਕਾਰਨ ਇਹ ਆ ਵੀ ਜਿਹੜਾ ਉਹ ਪਾਣੀ ਪੀਣ ਦਾ ਦਿੱਤਾ ਲਈ ਦਾ, ਉੱਥੋਂ ਬਿਮਾਰ ਹੋਏ ਨੇ ਭਗਵੰਤ ਮਾਨ ਨੂੰ, ਇਨਫੈਕਸ਼ਨ ਹੋਈ ਉੱਥੋਂ ਦੀ। ਅੱਛਾ, ਮਤਲਬ ਗੁਰਦੁਆਰਾ ਚੋਂ ਮਤਲਬ ਚੰਗਾ ਸੰਗਤਾਂ ਦਾ ਪੈਸਾ ਜਿਹੜਾ ਉਹ ਤੁਸੀਂ ਲਓਗੇ ਹੁਣ? ਹੈ ਜੀ ਜੀ ਜੀ, ਚਲੋ ਇਹਨੂੰ ਕਹਿੰਦੇ ਆ ਬਦਲਾ, ਸੱਚ ਵਾਤੇ ਜੇ ਜੂਕ ਵਾਤੇ ਫਿਰ ਨਹੀਂ। ਅਗੇਨ ਭਗਵੰਤ ਮਾਨ ਹੁਣਾਂ ਦਾ ਹੀ ਸਵਾਲ ਹੈ, ਉਹਨਾਂ ਦੀ ਸਰਕਾਰ ਲਈ ਹੈ 36,000 ਕਾਮੇ ਪੱਕੇ ਕਰਨ ਨੂੰ ਬਰੇਕਾਂ ਲੱਗ ਗਈਆਂ ਨੇ, ਬੜਾ ਪ੍ਰਚਾਰ, ਬੜਾ ਪੈਸਾ ਪ੍ਰਚਾਰ ਤੇ ਲਾ ਦਿੱਤਾ। ਉਮਾ ਦੇਵੀ ਦੀ ਜੱਜਮੈਂਟ ਬਣ ਰਹੀ ਹੈ ਉੜਿੱਕਾ, ਕੀ ਕਹਿਣਾ ਚਾਹੋਗੇ? ਇਹ ਕਰਨਾਟਕਾ ਸਰਕਾਰ ਬਨਾਮ ਉਮਾ ਦੇਵੀ, ਇੱਕ ਜਜਮੈਂਟ ਆਈ ਹੈ, ਇਹ ਸ਼ਾਇਦ ਮੇਰੇ ਖਿਆਲ 93 की कोई जजमेंट हैगी, ਉਹ ਜਜਮੈਂਟ ਨੂੰ ਅਜੇ ਤੱਕ ਚੈਲੰਜ ਨਹੀਂ ਕੋਈ ਕਰ ਸਕਦਾ। ਉਹ ਜਜਮੈਂਟ ਦੇ ਹਿਸਾਬ ਨਾਲ ਜਿਹੜੇ ਬੰਦੇ ਤੁਸੀਂ ਕੱਚੇ ਭਰਤੀ ਕੀਤੇ ਨੇ ਪੋਸਟਾਂ ਦੇ ਉੱਤੇ, ਉਹ ਤੇ ਪੱਕੇ ਕਰ ਸਕਦੇ ਹੋ, ਜਿਹੜੇ ਆਊਟਸੋਰਸ ਬੈਠੇ ਨੇ ਉਹ ਤੁਸੀਂ ਪੱਕੇ ਨਹੀਂ ਕਰ ਸਕਦੇ। ਹੁਣ ਆਊਟਸੋਰਸ ਬਹੁਤ ਜਾਂਦੇ ਨੇ, ਤੁਹਾਨੂੰ ਪਤਾ ਹੋਏਗਾ ਕਿ ਚੰਨੀ ਸਾਹਿਬ ਨੇ ਕਹਿਤਾ ਸੀ ਵੀ ਆਊਟਸੋਰਸ ਪਹਿਲਾਂ ਪੱਕੇ ਹੋਣਗੇ, ਦੂਜੇ ਬਾਅਦ ਚ ਪੱਕੇ ਹੋਣਗੇ, ਤੇ ਉਹਨਾਂ ਨੇ 36,000 ਕਾਮੇ ਪੱਕੇ ਕਰਨ ਦੇ ਵੱਡੇ ਵੱਡੇ ਅਖਬਾਰਾਂ 'ਚ ਇਸ਼ਤਿਹਾਰ ਦਿੱਤੇ ਸੀ। ਲੇਕਿਨ ਜਦੋਂ ਉਹਨਾਂ ਨੇ 21 ਦਸੰਬਰ 2021 ਨੂੰ ਫਾਈਲ ਭੇਜੀ, ਪਹਿਲਾਂ ਲਿਖਾ ਛੱਡੀ, ਮੁੜ ਕੇ ਭੇਜੀ, ਮੁੜ ਕੇ 25 ਨੂੰ ਕਿਤੇ ਗਵਰਨਰ ਸਾਹਿਬ ਬਾਹਰ ਗਏ ਸੀ, ਉਹ ਆਏ ਤੇ ਉਹਨਾਂ ਨੇ ਆਬਜੈਕਸ਼ਨ ਲਾ ਕੇ ਵਾਪਸ 31 ਨੂੰ ਵਾਪਸ ਭੇਜੀ ਸੀ। 31 ਦਸੰਬਰ ਇੱਕ ਤੇ ਭਾਈ ਆਹ ਦੱਸੋ ਪੂਰੀ ਡਿਟੇਲ ਦਿਓ ਸਾਨੂੰ, ਕਿਹੜੇ ਕਿਹੜੇ ਬੰਦੇ ਨੇ, ਕੌਣ ਆ ਕੌਣ ਨਹੀਂ ਹੈਗੇ, ਤੇ ਇੱਕ ਆ ਉਮਾ ਦੇਵੀ ਜਿਹੜੀ ਨੋਟੀਫਿਕੇਸ਼ਨ, ਇਹਦਾ ਖਿਆਲ ਰੱਖਣੀ। ਮੁੜ ਕੇ ਸਰਕਾਰ ਚਲੀ ਗਈ, ਇਲੈਕਸ਼ਨ ਸ਼ੁਰੂ ਹੋ ਗਈ, ਉਹ ਖੂਹ ਖਾਤੇ ਪੈ ਗਏ। ਲੇਕਿਨ ਉਹ ਵੀ ਮੈਂ ਸੋਚਦਾ ਵੀ ਉਹ ਸਰਕਾਰ ਕੋਲੋਂ ਚੰਨੀ ਕੋਲੋਂ ਪੈਸੇ ਵਸੂਲ ਦੇਣੇ ਸੀ, ਜਦੋਂ ਗੱਲਬਾਤ ਹੋਈ ਕੋਈ ਨਹੀਂ, ਅਜੇ ਤੁਸੀਂ ਅਖਬਾਰਾਂ 'ਚ ਇਸ਼ਤਿਹਾਰ ਕਰ ਦਿੱਤਾ ਪਹਿਲਾਂ। ਚਲੋ ਖੈਰ, ਹੋਰ ਇਹਨਾਂ ਨੇ ਇੰਨੀ ਗੱਲ ਕਹੀ ਸੀ, ਇਹਨਾਂ ਨੇ ਆਉਂਦਿਆਂ ਕਿਹਾ ਸੀ 36,000 ਮਤਲਬ ਪੱਕੇ ਕਰ ਦੇਂਗੇ, ਪੂਰੇ ਕਰ ਦੇਂਗੇ, ਜਲਦੀ ਕਰ ਦੇਂਗੇ। ਪਹਿਲਾਂ ਬਕਾਇਦਾ ਤੌਰ ਤੇ ਇਹਨਾਂ ਆਰਡੀਨੈਂਸ ਭੇਜਿਆ ਤੇ ਗਵਰਨਰ ਨੇ ਵਾਪਸ ਕਰਤਾ, ਇਹਨਾਂ ਬਿੱਲ ਬਣਾ ਕੇ ਭੇਜਿਆ, ਤੇ ਹੁਣ ਫਿਰ ਉਹਦੇ ਤੇ ਸੰਕਟ ਤੇ ਬੱਦਲ ਮੁਟਰਾ ਰਹੇ ਨੇ। ਭਾਈ ਉਮਾ ਦੇਵੀ ਦੀ ਜਿਹੜੀ ਉਹ ਜੱਜਮੈਂਟ ਆ, ਉਹ ਅੜਚਨ ਬਣ ਰਹੀ ਹੈ। ਅੱਜ ਅਖਬਾਰ ਦੇ ਵਿੱਚ ਸਾਡੇ ਜੇ ਹਰਪਾਲ ਸਿੰਘ ਚੀਮਾ, ਉਹਨਾਂ ਦਾ ਬਿਆਨ ਵੀ ਆ ਗਿਆ ਕਿ 36,000 ਦੇ ਵਿੱਚ ਜਿਹੜੇ ਯੋਗ ਉਮੀਦਵਾਰ, ਮਤਲਬ ਜਿਹੜੇ ਬੰਦਿਆਂ ਦੀ ਭਰਤੀ ਸਿਰਫ ਖਾਲੀ ਸੀਟਾਂ ਤੇ ਕੱਚੇ ਕੀਤੀ ਗਈ ਸੀ, ਸਿਰਫ ਉਹ ਪੱਕੇ ਹੋਣਗੇ, ਆਊਟਸੋਰਸ ਵਾਲੇ ਨਹੀਂ ਹੋਣਗੇ। ਇਹ ਸਰਕਾਰ ਵਾਸਤੇ ਨਵੀਂ ਸਿਰਦਰਦੀ ਪੈਦਾ ਹੋ ਗਈ ਆ। ਅਗਲਾ ਕੰਮ ਕਰਨਾ ਉਹ ਕਾਨੂੰਨ ਨੇ, ਕਾਨੂੰਨਦਾਨ ਕੀ ਕਰਦੇ ਸਾਡੇ ਤੋਂ ਬਿਹਤਰ ਉਹ ਜਾਣਦੇ ਕਿ ਇਹਦਾ ਕੀ ਹੋ ਸਕਦਾ। ਲੇਕਿਨ ਹਾਲ ਦੀ ਘੜੀ ਇਹ 36,000 ਮੁਲਾਜ਼ਮਾਂ ਦੇ ਉੱਤੇ ਜਿਹੜੇ ਸੀ
ਸੰਕਟ ਦੇ ਬੱਦਲ ਮੰਡਰਾ ਰਹੇ ਨੇ ਤੇ ਉਹ ਰੋਜ਼ ਵਿਚਾਰੇ ਧਰਨੇ ਲਾਉਂਦੇ ਨੇ, ਪੁਲਿਸ ਦੀਆਂ ਡਾਂਗਾਂ ਖਾਂਦੇ ਨੇ, ਵਾਟਰ ਕੈਨਨ ਸਾਹਮਣਾ ਕਰਦੇ ਨੇ, ਘਰੋਂ ਬੁਖਾਰ ਹੁੰਦੇ ਨੇ। ਜਿਹੜੀ ਬੀਬੀ ਸ਼ਿਲਪੀ ਸ਼ਰਮਾ ਸੀਗੀ, ਚਿੱਪੀ ਸ਼ਰਮਾ ਦਾ ਨਾਂ ਸੀਗਾ, ਜਿਹਨੂੰ ਕੇਜਰੀਵਾਲ ਸਾਹਿਬ ਕਹਿੰਦੇ ਤੂੰ ਮੇਰੀ ਭੈਣ ਆ, ਭੈਣੇ ਤੂੰ ਥੱਲੇ ਉਤਰਿਆ, ਤੂੰ ਚੂੜਾ ਪਾ ਕੇ ਬਿਠੀ ਇਹਦੇ ਟੈਂਕੀ ਦੇ ਉੱਤੇ, ਉਹਨੂੰ ਲਾਹ ਕੇ ਲਿਆ ਵੀ ਸਾਡੀ ਸਰਕਾਰ ਬੜੀ ਤੇ ਸਭ ਤੋਂ ਪਹਿਲਾਂ ਤੁਹਾਨੂੰ ਪੱਕਿਆ ਕਰਾਂਗੇ। ਤੇ ਉਹ ਕਹਿੰਦੀ ਸੀ ਅੱਜ ਮੇਰਾ ਭਰਾ ਕਿੱਥੇ ਦੱਸੋ, ਲਾਹ ਕੇ ਵਿਖਾ ਦਿਓ ਜੀ। ਕਾਲਰ ਨੇ ਕਾਲ ਲੈਣ ਤੋਂ ਪਹਿਲਾਂ ਮੈਂ ਬੇਨਤੀ ਕਰਾਂ ਕਿ ਵੈਸੇ ਤਾਂ ਅਸੀਂ ਜਿਹੜੀਆਂ ਨੇ ਅਨਨੋਨ ਨੇਮ ਕਾਲਸ ਨਹੀਂ ਲੈਂਦੇ, ਪਰ ਕਿਸੇ ਵੇਲੇ ਸਾਡੇ ਜਿਹੜੇ ਰੈਗੂਲਰ ਕਾਲਰ ਹੁੰਦੇ ਨੇ ਉਹ ਕੋਈ ਇਹੋ ਜਿਹੇ ਚੱਕਰ 'ਚ ਹੁੰਦੇ ਨੇ, ਉਹਨਾਂ ਦੀ ਆਵਾਜ਼ ਅਸੀਂ ਪਛਾਣ ਲੈਂਦੇ ਹਾਂ। ਅਤੇ ਅਨਨੋਨ ਨੇਮ ਵਾਲੀਆਂ ਕਾਲਸ ਵੈਸੇ ਸਾਡੀ ਪਾਲਿਸੀ ਐਸੀ ਨਹੀਂ ਲੈਂਦੇ, ਪਰ ਅਗਲੀ ਕਾਲ ਆਪਾਂ ਲੈ ਲੈਂਦੇ ਹਾਂ। ਪਰ ਉਦੋਂ ਪਹਿਲਾਂ ਜਿਹੜਾ ਬੇਨਤੀ ਕਰ ਦਵਾਂ ਕਿ ਸਵਾਲ ਬਿਲਕੁਲ 30 ਸੈਕਿੰਡ ਤੋਂ ਵੱਧ ਨਾ ਰੱਖਿਆ ਜਾਵੇ, ਧੰਨਵਾਦੀ ਹੋਵਾਂਗੇ। ਸਰਦਾਰ ਸਿਮਰਜੀਤ ਸਿੰਘ ਮਾਨ ਚਰਚਾ 'ਚ ਨੇ। ਮਾਨ ਸਾਹਿਬ ਦਾ ਵੈਸੇ ਬਿਆਨ ਤਾਂ ਵੈਸੇ ਬੜੀ ਖਿਆਲ ਮੰਗਦਾ ਹੈ, ਪਰ ਲੋਕ ਹਰ ਗੱਲ ਨੂੰ ਨਾ ਹਲਕੇ 'ਚ ਲੈ ਲੈਂਦੇ ਨੇ। ਸੁਪਰੀਮ ਕੋਰਟ ਵਿੱਚ ਸਿੱਖ ਜੱਜ ਨਾ ਹੋਣ ਦਾ ਮੁੱਦਾ ਉਠਾਇਆ, ਕੀ ਕਹਿਣਾ ਚਾਹੋਗੇ? ਚਾਵਲਾ ਸਾਹਿਬ ਕਿਰਨ ਰਿਜੂ ਦੇ ਸਾਡੇ ਲਾ ਮਿਨਿਸਟਰ ਉਹਨਾਂ ਜਵਾਬ ਦਿੱਤਾ, ਉਹਨਾਂ ਨੇ ਇਹ ਕਿਹਾ ਵਾ ਵੀ ਭਾਈ ਇੱਥੇ ਜਿਹੜੀ ਸੁਪਰੀਮ ਕੋਰਟ ਦਾ ਜੱਜ ਉਹ ਮੈਰਿਟ ਤੇ ਬਣਾਇਆ ਜਾਂਦਾ, ਨਾ ਕਿ ਧਰਮ ਦੇ ਆਧਾਰ ਤੇ ਬਣਾਇਆ ਜਾਂਦਾ ਜਾਂ ਕਿਸੇ ਦੀ ਰਿਜ਼ਰਵੇਸ਼ਨ ਤੇ ਬਣਾਇਆ। ਬਿਲਕੁਲ ਸਹੀ ਗੱਲ ਹੈ। ਤੁਹਾਨੂੰ ਇਸ ਗੱਲ ਦਾ ਪਤਾ ਹੋਏਗਾ 4 ਜਨਵਰੀ 2017 ਤੋਂ ਲੈ ਕੇ 27 ਅਗਸਤ 2017 ਤੱਕ ਜਗਦੀਪ ਸਿੰਘ ਖੇਰ ਸਿੱਖ ਚੀਫ ਜਸਟਿਸ ਸੀ ਸਾਡਾ। ਮਾਨ ਸਾਹਿਬ ਕਿਵੇਂ ਕਹਿ ਸਕਦੇ ਜੇ ਉਹ ਆਪਣੀ ਲਿਆਕਤ ਨਾਲ ਮੈਰਿਟ ਦੇ ਉੱਤੇ ਚੀਫ ਜਸਟਿਸ ਬਣ ਗਏ ਸੀ 2017 ਦੇ ਵਿੱਚ, ਤੇ ਗਾਂ ਵੀ ਬਣ ਜਾਊਗੀ ਮੈਰਿਟ ਤੇ, ਕਿਉਂ ਜੀ ਕੋਈ ਗੱਲ ਨਹੀਂ। ਇਹ ਜਵਾਬ ਉਹਦਾ ਵੀ ਠੀਕ ਸੀਗਾ ਕਿ ਬਿਲਕੁਲ ਮੈਰਿਟ ਤੇ ਕੰਮ ਕੀਤਾ ਜਾਂਦਾ, ਕੋਈ ਰਾਖਵਾ ਕੰਮ ਇੱਥੇ ਨਹੀਂ ਹੈਗਾ, ਕੋਈ ਧਰਮ ਨੂੰ ਮੁੱਖ ਨਹੀਂ ਹੁੰਦਾ। ਤੁਹਾਨੂੰ ਇਸ ਗੱਲ ਦਾ ਪਤਾ ਹੋਇਆ ਕਿ ਪਿਛਲੇ 3 ਬੀਬੀਆਂ ਨੇ ਕੀਤੀਆਂ ਸੀ ਭਰਤੀ, ਤੇ ਜਿਹੜੇ ਜੱਜ ਰਿਟਾਇਰ ਹੋਣੇ ਆ ਉਹਨਾਂ ਦੀ ਮੈਰਿਟ ਦੇ ਹਿਸਾਬ ਨਾਲ 2027 ਚ ਉਹਨਾਂ ਦੇ ਵਿੱਚ ਇੱਕ ਸੀਨੀਅਰ ਬੀਬੀ ਚੀਫ ਜਸਟਿਸ ਪਹਿਲੀ ਬਣੇਗੀ ਇੰਡੀਆ। ਇਸ ਕਰਕੇ ਮਾਨ ਸਾਹਿਬ ਦਾ ਜਦੋਂ ਵਾਅਦੇ ਤੋਂ ਸਵਾਲ ਕੋਈ ਗੱਲ ਨਹੀਂ, ਸਵਾਲ ਕਰਨਾ ਫਰਜ਼ ਬਣਦਾ ਕਿ ਸਿੱਖਾਂ ਦੀ ਸ਼ਮੂਲੀਅਤ ਹੋਣੀ ਚਾਹੀਦੀ ਹੈ ਜੀ। ਕੋਈ ਜਿਹੜੀ ਸਾਡੇ ਦੇ ਕਮਿਟਮੈਂਟ ਕੀਤੀਆਂ 30% ਦੀਆਂ ਸਾਨੂੰ ਨਹੀਂ ਮਿਲ ਰਹੀਆਂ, 3% ਨਹੀਂ ਮਿਲੇ, 30 ਬੜੀ ਦੂਰ ਦੀ ਗੱਲ, ਇਹ ਬਹੁਤ ਦੂਰ ਦੀ ਗੱਲ। ਬਿਲਕੁਲ ਚਲੋ ਮੈਰਿਟ ਦੇ ਆਧਾਰ ਦੇ ਉੱਤੇ ਗੱਲ ਹੋ ਗਈ, ਇਹ ਠੀਕ ਹੈ ਕਿ ਰਾਸ਼ਟਰਪਤੀ ਉਪ ਰਾਸ਼ਟਰਪਤੀ ਜਾਂ ਅਸੀਂ ਕਿਸੇ ਸੂਬੇ ਦੇ ਵਿੱਚ ਜਿਹੜੇ ਕਿਸੇ ਨੂੰ ਲਾਉਣਾ ਤੇ ਉਹ ਆਪਣੀ ਧਰਮ ਦੇ ਆਧਾਰ ਤੇ ਜਾਂ ਆਪਣੀ ਵੋਟ ਦੇ ਬੈਂਕ ਦੇ ਆਧਾਰ ਤੇ ਸਿਲੈਕਟ ਕਰਨਾ, ਉਹ ਗੱਲ ਵੱਖਰੀ ਹੈ। ਪਰ ਜਿਹੜੀ 30% ਵਾਲੀ ਤੁਸੀਂ ਗੱਲ ਕੀਤੀ ਹੈ, ਜਿਹੜੇ ਵਾਅਦੇ ਆ, ਉਹਦੀ ਗੱਲ ਤਾਂ ਮਾਨ ਸਾਹਿਬ ਨੂੰ ਕੋਈ ਪੁੱਛੋਗੇ ਤਾਂ ਉਹ ਇੱਧਰ ਨੂੰ ਤੁਰਨਗੇ। ਤਾਈਓ ਮੈਂ ਕਿਹਾ ਸੀ ਬੜਾ ਖਿਆਲ ਮੰਗਦਾ, ਮਾਨ ਸਾਹਿਬ ਨੇ ਐਵੇਂ ਕੋ ਕਹਿ ਦਿੱਤਾ। ਕਾਲਰ ਨੇ 2 ਸਵਾਲ ਬੜੇ ਅਹਿਮ ਨੇ, ਆਪਾਂ ਕਰਾਂਗੇ ਅਗਲੀ ਕਾਲ ਤੇ ਚੱਲਦੇ ਹਾਂ। ਵੈਲਕਮ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ ਚਾਵਲਾ ਸਾਹਿਬ, ਪੱਟੀ ਸਾਹਿਬ। ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਪੱਟੀ ਸਾਹਿਬ, ਜਿਹੜਾ ਇਹਨਾਂ ਨੇ ਮਤਲਬ ਸਿਵਲਾਈਜੇਸ਼ਨ ਮਾਨ ਨੇ ਪੁੱਛਿਆ ਸੀ ਸਵਾਲ, ਹੋਈ ਉੱਥੇ ਕਹਿੰਦੇ ਮੈਰਿਟ ਦੇ ਸਿਰ ਤੇ ਚੱਲਦਾ ਹੈ, ਤੇ ਆਪਣੇ ਜਿਹੜੇ ਏਜੀ ਸਾਹਿਬ ਨੇ ਰਿਜ਼ਾਈਨ ਕੀਤਾ ਇਸੇ ਕਰਕੇ ਰਿਜ਼ਾਈਨ ਕੀਤਾ ਕਿਉਂਕਿ ਉਹਨਾਂ ਨੇ ਕਹਿ ਦਿੱਤਾ ਸੀ ਕਿ ਜਿਹੜੇ ਅਸੀਂ ਟੀਮ ਭਰਤੀ ਕਰਨੀ ਆ ਉਹ ਅਸੀਂ ਮਤਲਬ ਜਿਹੜੇ ਰਿਜ਼ਰਵੇਸ਼ਨ ਦੇ ਮੁਤਾਬਕ ਕਰਨੀ ਆ, ਦਾ ਮਤਲਬ ਇੱਥੇ ਗਲਤ ਨਹੀਂ ਹੋ ਰਿਹਾ। ਹਾਂਜੀ ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ। ਬਕਾਇਦਾ ਤੌਰ ਤੇ 100 ਤੋਂ ਵੱਧ ਬੰਦਿਆਂ ਦੀ ਟੀਮ ਹੁੰਦੀ ਹੈ ਤੇ 70 ਬੰਦਿਆਂ ਦੀ ਲਿਸਟ ਰੰਗ ਵਿੱਚ ਦਿੱਤੀ ਸੀ ਭਰਤੀ ਕਰੋ। ਉਹਨੇ ਕਿਹਾ ਸੀ ਇਹ ਨਹੀਂ ਹੋ ਸਕਦਾ, ਮੈਂ ਇਹ ਗੱਲ ਨਹੀਂ ਸੀ ਹੋਣਾ ਚਾਹੁੰਦਾ ਇੱਥੇ, ਲੇਕਿਨ ਉਹਨਾਂ ਨੇ ਸਵਾਲ ਕੀਤਾ, ਸਾਨੂੰ ਆਉਣਾ ਪਿਆ ਜੀ। ਬਿਲਕੁਲ ਉਹਨਾਂ ਨੇ ਇੰਨੀ ਗੱਲ ਕੀਤੀ ਵੀ ਇਹ ਨਹੀਂ ਹੋ ਸਕਦਾ, ਮੈਂ ਆਪਣੀ ਟੀਮ ਭਰਤੀ ਕੋਈ ਜਿਹਨਾਂ ਕੋਲ ਕੰਮ ਲੈਣਾ, ਜਿਹੜਾ ਕੰਮ ਜਾਣਦੇ ਨੇ, ਤੁਹਾਡੀ ਸਿਫਾਰਸ਼ਾਂ ਮੈਂ ਭਰਤੀ ਨਹੀਂ ਕਰ ਸਕਦਾ। ਉਹਨੇ ਕਿਹਾ ਨਹੀਂ ਤੁਹਾਨੂੰ ਭਰਤੀ ਕਰਨੇ ਪੈਣੇ ਆ। ਉਹ ਕਹਿੰਦਾ ਵੀ ਚੰਗਾ ਮੈਂ ਚੱਲਦਾ, ਤੁਸੀਂ ਭਰਤੀ ਕਰਦੇ ਰਹੋ। ਅਸੀਂ ਸਵਾਲ ਇਹ ਉਠਾਇਆ ਸੀ ਤੇ ਸਾਡੇ ਕੁਝ ਸਰੋਤੇ ਦਰਸ਼ਕ ਜਿਹੜੇ ਹੁੰਦੇ ਨੇ ਉਹਨਾਂ ਸੋਸ਼ਲ ਨੈਟਵਰਕ ਮੀਡੀਆ ਦੇ ਮਹਾਂਗਿਆਨੀਆਂ ਦੀਆਂ ਗੱਲਾਂ 'ਚ ਪ੍ਰਭਾਵਿਤ ਹੋਏ ਹੁੰਦੇ ਨੇ। ਜਿੰਨੇ ਤੁਸੀਂ ਆਮ ਆਦਮੀ ਪਾਰਟੀ ਦੇ ਜਿਹੜੇ ਮਤਲਬ ਸਿਪਾ ਸਲਾਰ ਹੋ ਜਾਂ ਜਿਹੜੇ ਉਹਨਾਂ ਦੇ ਸਮਰਥਕ ਹੋ, ਤੁਹਾਡੇ ਨਾਲੋਂ ਜ਼ਿਆਦਾ ਅਸੀਂ ਪੰਜਾਬ ਪ੍ਰਤੀ ਸੁਚੇਤ ਤੇ ਪੰਜਾਬ ਦੇ ਪ੍ਰਤੀ ਵਫਾਦਾਰ ਹਾਂ। ਕੋਠਾ ਮੀਂਹ ਸ਼ਾਦੀ ਚੋਂਦਾ ਹੋਵੇ ਨਾ ਤੇ ਲਿਪ ਲੈਂਦਾ, ਲਿਪ ਮੀਂਹ ਵਰਦੇ ਮੀਂਹ 'ਚ ਵੀ ਲਿਪੀ ਦਾ ਜੀ ਚੋਂਦਾ ਹੋਵੇ ਥੱਲੇ ਸ਼ਤੀਰੀ। ਇੱਕ ਮਿੰਟ ਵਿਰਕ ਸਾਹਿਬ, ਸ਼ਤੀਰੀਆਂ ਦੇ ਦਿੰਦੀਆਂ ਕਿਤੇ ਡਿੱਗ ਨਾ ਪਵੇ, ਜਦੋਂ ਕਿਤੇ 4 ਪੈਸੇ ਹੋਣਗੇ ਫੇਰ ਬਣਾਵਾਂਗੇ। ਇਹ ਨਹੀਂ ਵੀ ਇਹਨੂੰ ਢਹਿ ਲੈਣ ਦਿਓ, ਵੀ 5 ਸਾਲ ਲੰਘ ਲੈਣ ਦਿਓ ਫੇਰ ਰੋਵਾਂਗੇ।
ਅਸੀਂ ਤੇ ਨਾਲ ਦੀ ਨਾਲ ਕਿ ਬਾਕੀ ਦੇ 7 ਰਾਜ ਸਭਾ ਦੇ ਮੈਂਬਰ ਜਿਹੜੇ ਉਹ ਵੀ ਉਹਨਾਂ ਹੀ ਕੱਦ-ਬੱਦ ਰੱਖਦੇ ਨੇ। ਰਾਘਵ ਚੱਡਾ ਕਿਸ ਬਿਹਾਵ ਤੇ ਰਿਸ਼ਤਾਂ ਦੇ ਰਿਹਾ, ਸਵਾਲ ਤਾਂ ਇਹ ਆ। ਤੇ ਫਿਰ ਉਲਟਾ ਕਹਿਣਗੇ ਜੀ ਜੇ ਸਾਡੇ ਬਾਹਰ ਦੇ ਸੂਬਿਆਂ ਨੇ ਜਾ ਕੇ ਮੰਤਰੀ ਸੰਤਰੀ ਬਣ ਗਏ ਨੇ ਸਾਡੇ ਲੋਕ, ਤੇ ਇਹ ਰਾਘਵ ਚੱਡੇ ਨੂੰ ਕੋਈ ਤਕਲੀਫ ਨਹੀਂ। ਰਾਘਵ ਚੱਡੇ ਦੀ ਸਾਨੂੰ ਦਖਲ ਅੰਦਾਜ਼ੀ ਕਿਉਂ ਭਗਵੰਤ ਮਾਨ ਦੇ ਕੰਮਾਂ ਦੇ ਵਿੱਚ, ਮੁੱਖ ਮੰਤਰੀ ਦੇ ਕੰਮਾਂ ਦੇ ਵਿੱਚ ਪਹਿਲ ਕਦਮੀ ਉਹ ਬਿਆਨ ਕੋ ਦਾਗਦਾ ਜਿਵੇਂ ਭਗਵੰਤ ਮਾਨ ਵੀ ਦਾਗਦਾ ਹੁੰਦਾ ਸੀਗਾ। ਕਮੇਟੀ ਪ੍ਰਧਾਨ ਹੁੰਦਾ ਸੀ ਪੰਜਾਬ ਦਾ ਜਿਹੜਾ ਕੋਈ ਹੋਰ, ਤੇ ਭਗਵੰਤ ਮਾਨ ਪਹਿਲਾਂ ਬਿਆਨ ਦੇ ਦਿੰਦਾ ਹੁੰਦਾ ਸੀਗਾ। ਆਪਾਂ ਉਦੋਂ ਵੀ ਗੱਲ ਕਰਦੇ ਸੀਗੀ, ਆਪਾਂ ਕਿਹੜਾ ਭਗਵੰਤ ਮਾਨ ਦੇ ਨਾਲ ਨਹੀਂ ਸੀ ਕਰਦੇ ਹੁੰਦੇ ਸੀ ਨਾ ਪਾਟੀ ਸਾਹਿਬ ਜੀ 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 ਵੀ ਪੰਜਾਬ ਦਾ ਪ੍ਰਧਾਨ ਕੋਈ ਵੀ ਆ ਹੋਰ ਬਿਆਨ ਉਹਨੇ ਦੇਣਾ ਤੇ ਭਗਵੰਤ ਮਾਨ ਜੀ ਪਹਿਲਾਂ ਬਿਆਨ ਦੇ ਦਿੰਦੇ ਨੇ ਉਹਦੀ ਥਾਂ ਤੇ। ਪੰਜਾਬ ਦੇ ਪ੍ਰਧਾਨ ਹਰਪਾਲ ਚੀਮਾ ਹੁੰਦੇ ਸੀ ਤੇ ਬਿਆਨ ਇਹਨਾਂ ਦਾ। ਹਾਂਜੀ ਵਿਰਕ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਪੱਟੀ ਸਾਹਿਬ, ਜਿਹੜੇ ਤੁਸੀਂ 2 ਸਵਾਲ ਹੁਣ ਡਿਸਕਸ ਅੱਗੇ ਕਰਨੇ ਨੇ ਮੇਰਾ ਖਿਆਲ। ਨੰਬਰ 1 ਤੇ ਜਿਹੜਾ ਏਜੰਟ ਨੂੰ ਨਿਯੁਕਤ ਕਰਨ ਬਾਰੇ, ਜੀ 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 ਅਜੇ ਤੱਕ ਆਰਡੀਨੈਂਸ ਉਹਨਾਂ ਨੇ ਮਤਲਬ ਆਰਡੀਨੈਂਸ ਨਹੀਂ ਦਿੱਤਾ, ਇਹਨੇ ਆਪਣੇ ਆਪ ਆ ਕੇ ਕਹਿਤਾ ਮੈਂ ਸਿਲੈਕਟ ਹੋ ਗਿਆ, ਆਪਣਾ ਬਿਆਨ ਦਿੱਤਾ। ਇਹ ਹੋ ਗਿਆ ਸਵਾਲ। ਹਾਂਜੀ ਅਗਲਾ। ਅੱਛਾ, ਦੂਜਾ ਸਵਾਲ ਇਹ ਵੀ ਜਿਹੜਾ ਇਹਨਾਂ ਨੇ ਫਰਾਡ ਆਈ ਹੈ ਵੀ ਜਿਹੜਾ ਹਾਈ ਕੋਰਟ ਦੇ ਵਿੱਚ ਲਿਸਟ ਕੱਢ ਕੇ ਖਹਿਰਾ ਸਾਹਿਬ ਨੇ, ਉਹ ਪੁਲਿਸ ਨੇ ਜਵਾਬ ਦੇ ਦਿੱਤਾ। ਇਹ ਦੋਏ ਨਿਊਜ਼ ਨੇ ਮੇਰਾ ਖਿਆਲ ਸਾਰਾ ਦਿਨ ਮੀਡੀਆ ਨੂੰ ਤੇ ਜਿਹੜਾ ਇਸ ਨੂੰ ਬਹੁਤ ਭਾਈ ਰੱਖਿਆ, ਦੋਏ ਨਿਊਜ਼ ਗਲਤ ਨੇ ਜੀ। ਹਾਂਜੀ ਥੈਂਕ ਯੂ ਵੈਰੀ ਮਚ। ਇਹਦੇ ਬਾਰੇ ਤੁਸੀਂ ਬਿਆਨ ਦਿਓ ਆਪਣੇ ਜੀ। ਦੇਖੋ ਜੀ, ਆਪਾਂ ਤੇ ਇਹ ਤੁਹਾਨੂੰ ਦੱਸ ਦਿੱਤਾ ਵੀ ਬਕਾਇਦਾ ਤੌਰ ਤੇ ਨੋਟੀਫਿਕੇਸ਼ਨ ਹਾਲ ਦੀ ਕਦੀ ਕੱਲ ਸ਼ਾਮਾਂ ਤੱਕ ਨਹੀਂ ਹੋਇਆ ਸੀ। ਠੀਕ ਹੈ ਨਾ ਜੀ। ਜੇ ਵੇਖ ਸਾਹਿਬ ਦੇ ਕੋਲ ਹੀ ਹੈਗਾ ਸਬੂਤ, ਕਿਹਦੇ ਨੂੰ ਕੋਈ ਗੱਲ ਨਹੀਂ ਸਾਨੂੰ ਕਿਤਰਾ ਸੀਗਾ। ਅਸੀਂ ਉਹ ਗੱਲ ਕਰੀ ਜਿਹੜੀ ਸਾਡੇ ਨੋਟਿਸ ਹੁਣ ਤੱਕ ਹੈਗੀ ਹੈ, ਜਿਹੜੀ ਨਹੀਂ ਨੋਟਿਸ ਹੈਗੀ ਚੱਲਦੀ ਫਿਰਦੀ, ਉਸ ਗੱਲ ਬਿਲਕੁਲ ਨਹੀਂ ਕਰ। ਕਿ ਸੋਸ਼ਲ ਮੀਡੀਆ ਤੇ ਬੜਾ ਕੁਝ ਹੁੰਦਾ, ਬਹੁਤ ਕੁਝ ਹੁੰਦਾ, ਉਹ ਤੋਂ ਹੀ ਛੱਡਣਾ ਪੈਂਦਾ ਵੀ ਇਹ ਕਿਹੜਾ ਰੱਖਣਾ ਤੇ ਕਿਹੜਾ ਛੱਡਣਾ ਇਹਦੇ। ਬਿਲਕੁਲ ਜੀ। ਅੱਛਾ, ਗਵਾਂਢੀ ਮੁਲਕ ਚੱਲਦੇ ਆ, ਜਿਹੋ ਜਿਹਾ ਇੱਥੇ ਰਾਜਨੀਤੀ ਦਾ ਮਾਹੌਲ ਹੈ ਉਹੋ ਜਿਹਾ ਮਾਹੌਲ ਉੱਥੇ ਆ। ਫਤਵਾ ਦਿੱਤਾ ਲੋਕਾਂ ਨੇ, ਉਹਦੇ ਬਾਵਜੂਦ ਵੀ ਅੜਿੱਕਣ ਪਾਕਿਸਤਾਨ ਪੰਜਾਬ ਜਿਹੜਾ ਸਾਡਾ ਫਿਰ ਬਣਿਆ। ਪਾਕਿਸਤਾਨ ਮੁਸਲਿਮ ਲੀਗ ਦਾ ਮੁੱਖ ਕਾਇਦਾ ਜਿਹੜਾ ਪਰਵੇਜ਼ ਇਲਾਹੀ ਜਿਹਨੇ ਸਹੁੰ ਚੁੱਕੀ ਹੈ, ਹਮਜ਼ਾ ਸ਼ਰੀਫ ਦੀ ਛੁੱਟੀ ਹੋਈ ਹੈ, ਉੱਥੇ ਵੀ ਕਾਫੀ ਅੜਿੱਚਣਾ ਡਾਈਆਂ ਜਾ ਰਹੀਆਂ ਸੀ ਫਤਵੇ ਦੇ ਬਾਵਜੂਦ ਵੀ। ਵੇਖੋ ਅਸੀਂ ਵੀ ਉੱਥੇ ਹੀ ਆਏ ਹਾਂ ਜੀ, ਉਹ ਵੀ ਤੇ ਸਾਡੇ ਭਰਾ ਹੀ ਨੇ। ਹਾਂ, ਕੁਝ ਇੱਧਰੋਂ ਗਏ ਨੇ, ਕੋਈ ਉੱਧਰੋਂ ਆਏ ਨੇ। ਗਵਾਨ ਦਾ ਰੂਪ ਨਹੀਂ ਹੁੰਦਾ, ਮੱਤ ਚਾਹੀ ਜਾਂਦੀ ਹੈ। ਪਾਕਿਸਤਾਨ ਦੇ ਵਿੱਚ ਜਦੋਂ ਸ਼ਹਿਬਾਜ਼ ਸ਼ਰੀਫ ਦਾ ਰਾਜ ਆਇਆ, ਇਮਰਾਨ ਖਾਨ ਨੂੰ ਲਾ ਕੇ ਸਿਰਫ 3 ਵੋਟਾਂ ਦਾ ਫਰਕ ਸੀ। ਇਮਰਾਨ ਖਾਨ ਅੱਜ ਵੀ ਚਾਹੁੰਦਾ ਵੀ ਅੱਜ ਵੀ ਜੇ ਕਿਤੇ ਉੱਥੇ ਇਲੈਕਸ਼ਨ ਹੋਏ ਤੇ ਇਮਰਾਨ ਦੀ ਪਾਰਟੀ ਬੜੀ ਵੱਡੀ ਬਹੁਮਤ ਜਿੱਤੇਗੀ। ਇਲੈਕਸ਼ਨ ਦੌਰਾਨ ਨਹੀਂ, ਜਿਹੜੀ ਪੰਜਾਬ ਅਸੈਂਬਲੀ ਸੀਗੀ, ਪੰਜਾਬ ਅਸੈਂਬਲੀ ਦੇ ਵਿੱਚ ਇਹਨਾਂ 20 ਬੰਦਿਆਂ ਕੋਲ ਅਸਤੀਫੇ ਦਵਾ ਕੇ ਤੇ ਜਿਹੜਾ ਪਰਵੇਜ਼ ਇਲਾਹੀ ਦੀ 3 ਵੋਟਾਂ ਦੇ ਜਿਹੜਾ ਸੀ ਹਮਜ਼ਾ ਸ਼ਰੀਫ ਦੀ ਤਾਕਤ, ਉਹ ਸੁਪਰੀਮ ਕੋਰਟ ਚਲੇ ਗਏ। ਸੁਪਰੀਮ ਕੋਰਟ ਦੇ 3 ਵੱਡੇ ਜੱਜਾਂ ਦਾ ਇੱਕ ਬੈਂਚ ਬੈਠਾ, ਉਹਨਾਂ ਨੇ ਸਾਰੀ ਗੱਲ ਸੁਣੀ। ਉਹਨਾਂ ਕਿਹਾ ਬਿਲਕੁਲ ਨਹੀਂ, ਇਹ ਵੋਟਾਂ ਬਿਲਕੁਲ ਗਿਣੀਆਂ ਜਾਣ, ਗਿਣ ਕੇ ਤੇ ਪਰਵੇਜ਼ ਇਲਾਹੀ ਨੂੰ ਰਾਤ ਦੇ 12 ਵਜੇ ਤੋਂ ਪਹਿਲਾਂ ਸਹੁੰ ਚੁਕਾਈ। ਉਹਨਾਂ ਬਕਾਇਦਾ ਤੌਰ ਤੇ ਖੜਕਾਈ ਕੀਤੀ ਗਵਰਨਰ ਦੀ ਵੀ ਤੂੰ ਕੀ ਕਰਦਾ ਇੱਥੇ ਬੈਠਾ। ਤੇ ਗੱਲ ਤੇ ਆ ਕਿ ਗੁਆਂਢ ਦਾ ਕਹਿੰਦੇ ਆ ਵੀ ਮੱਤ ਨਹੀਂ ਆਉਂਦੀ ਤੇ ਰੂਪ ਤੇ ਆ ਜਾਂਦਾ ਵਾ। ਸਾਡੇ ਵਾਲਾ ਵੀ ਹਾਲ ਉਹੀ ਆ ਕਿ ਸਾਡੇ ਜਿਹੜੀ ਆਦਤਾਂ ਚਲੀਆਂ ਉਹਨਾਂ ਕੋਲ ਵੀ ਤੁਸੀਂ ਇਹ ਕਰ ਲਓ ਕੀਤਾ ਉੱਥੇ, ਪਰ ਉੱਥੋਂ ਦੀ ਕੋਰਟ ਨੇ, ਸੁਪਰੀਮ ਕੋਰਟ ਨੇ ਕਾਫੀ ਸਖਤੀ ਨਾਲ ਪੇਸ਼ ਆਈ ਜੀ। ਪਟੀ ਸਾਹਿਬ, ਮੇਰਾ ਅਗਲਾ ਸਵਾਲ ਜਿਹੜਾ ਹੈ ਉਹ ਆਪਾਂ ਫਿਰ ਚੜ੍ਹਦੇ ਪੰਜਾਬ ਵੱਲ ਆ ਜਾਂਦੇ ਆ। ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਦੇ ਵਿੱਚ ਤੁਸੀਂ ਦੱਸਿਆ ਕਿ ਕੁਝ ਸਾਡੇ ਵਰਗੇ ਨੇ, ਇੱਧਰੋਂ ਗਏ ਨੇ, ਉੱਧਰੋਂ ਗਏ ਨੇ। ਵੈਸੇ ਜਿਹਨੇ ਧਰਤੀ ਬਣਾਈ ਉਹਦੀ ਨਿਗਾਹ ਤੇ ਵੀ ਸਾਰੇ ਮਤਲਬ ਅਸੀਂ ਗਵਾਂਢੀ ਕੀ ਸਾਰੇ ਇੱਕੋ ਹੀ ਆ। ਇਹ ਤਾਂ ਸਿਰਫ ਇੱਕ ਲੀਕਾਂ ਜੀਆਂ ਮਾਰ ਗਿਆ ਅੰਗਰੇਜ਼। ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਬੇਅਦਬੀ ਕਾਂਡ ਤੇ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਮੰਗ ਕੀਤੀ ਹੈ। ਬਿਲਕੁਲ ਕੀਤੀ ਹੈ ਜੀ, ਪਰ 5 ਸਾਲ ਬਕਾਇਦਾ ਤੌਰ ਤੇ ਬਾਜਵਾ ਸਾਹਿਬ ਪਤਾ ਨਹੀਂ ਕਿੱਥੇ ਰਹੇ। ਹਾਂ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ। ਠੀਕ। ਚਲੋ ਠੀਕ ਹੈ, ਤੁਸੀਂ ਆਪਣੀ ਵਿਰੋਧੀ ਧਿਰ ਦੀ ਜਿਹੜੀ ਭੂਮਿਕਾ ਬੜੀ ਬਾਖੂਬੀ ਨਿਭਾ ਰਹੇ ਹੋ। ਜਿਸ ਦਿਨ
ਵਿਧਾਨ ਸਭਾ ਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਨੇ ਨਿਗਲ ਕੀਤੀ ਸੀ, ਜਾਂ ਮੈਨੂੰ 10 ਮਿੰਟ ਦਾ ਬੇਅਦਬੀ ਤੇ ਬੋਲਣ ਦਾ ਮੌਕਾ ਦਿੱਤਾ ਜਾਵੇ, ਜਾਂ ਇਸ ਹਾਊਸ ਦਾ ਟਾਈਮ ਅੱਧਾ ਘੰਟਾ ਵਧਾ ਦਿੱਤਾ ਜਾਵੇ ਤਾਂ ਕਿ ਇਸ ਤੇ ਪ੍ਰੋਪਰ ਬਹਿਸ ਹੋ ਸਕੇ। ਹਾਂ, ਤੇ ਉਸ ਵੇਲੇ ਬਾਜਵਾ ਸਾਹਿਬ ਨੇ ਕਿਹਾ ਸੀ ਇਹਨਾਂ ਦਾ ਬਿਲਕੁਲ ਜਿਹੜੀ ਮਦਦ ਦੁਰਸਤ ਆ ਜੀ, ਇਹਨੂੰ ਪ੍ਰਵਾਨਗੀ ਦਿੱਤੀ ਜਾਣੀ ਚਾਹੀਦੀ। ਕੁਲਤਾਰ ਸਿੰਘ ਸੰਧਵਾ ਜਿਹੜੇ ਸਪੀਕਰ ਸੀ ਉਹਨਾਂ ਗੱਲ ਹੀ ਨਹੀਂ ਸੀ ਬੋਲੀ। ਹੁਣ ਜਿਹੜੀ ਸਿਚੁਏਸ਼ਨ ਬਣੀ ਹੈ ਇਸ ਵੇਲੇ, ਜਿਸ ਤਰੀਕੇ ਨਾਲ ਜਿਹੜੀ ਕਾਂਗਰਸ ਉਹ ਕੇਂਦਰ ਦੇ ਵਿੱਚ ਤੇ ਪੰਜਾਬ 'ਚ ਵੀ ਹਾਸ਼ੀ ਤੇ ਗਈ ਆ, ਹੁਣ ਉਹਨੂੰ ਵਾਪਸ ਲਿਆਉਣ ਤੇ ਕੁਝ ਨਾ ਕੁਝ ਕਰਨਾ ਪਊਗਾ। ਉਹਦੇ ਵਿੱਚ ਇਹਨਾਂ ਨੇ ਹੁਣ ਇੱਕ ਪੱਤਰ ਲਿਖ ਦਿੱਤਾ ਵਾ ਕਿ ਬਕਾਇਦਾ ਤੌਰ ਤੇ ਬੇਅਦਬੀ ਕਾਂਡ ਦੇ ਉੱਤੇ ਕਿ ਜਿਹੜੀ ਹੁਣ ਬਹਿਬਲ ਕਲਾਂ ਦੇ ਵਿੱਚ ਕੋਟਕਪੂਰਾ ਦੀ ਜਿਹੜੀ ਕੇਸ ਦੀ ਗੱਲ ਚੱਲਦੀ ਹੈ, 31 ਤੋਂ ਉੱਥੇ ਵੱਡਾ ਇਕੱਠ ਕਰ ਰਹੇ ਹੋ, ਮੋਰਚਾ ਲਾਉਂਦੇ, ਪੰਜਾਬ ਦੇ ਹਾਲਾਤ ਨੂੰ ਖਤਰਾ ਪੈਦਾ ਹੋ ਸਕਦਾ ਵਾ, ਕਿਉਂ ਨਹੀਂ ਪੰਜਾਬ ਸਰਕਾਰ ਇੱਕ ਜਿਹੜੀ ਆ ਸਪੈਸ਼ਲ ਸੈਸ਼ਨ ਸੱਦੇ ਤੇ ਇੱਥੇ ਡਿਸਕਸ ਕਰਕੇ ਇਹਦਾ ਕੋਈ ਹੱਲ ਕਰੇ। ਮੁੱਦਾ ਤਾਂ ਉਹਨਾਂ ਦਾ ਬਿਲਕੁਲ ਠੀਕ ਆ, ਤੇ ਜੇ ਉਹ ਚਿੱਠੀ ਲੈ ਕੇ ਜਾਣਗੇ ਭਗਵੰਤ ਮਾਨ ਹੋਣੀ ਜਿਹੜੇ ਉਹ ਆਪਣੇ ਹੈਗੇ ਆ ਕੀ ਮੁੱਖ ਮੰਤਰੀ ਕੋਲੇ, ਫਿਰ ਦੇਖੋ ਕੀ ਫੈਸਲਾ ਆਉਂਦਾ। ਚਲੋ, ਕਹਿਣ ਨੂੰ ਤਾਂ ਬਹੁਤ ਕੁਝ ਹੈ ਸਿੱਧਵਾਂ ਸਾਹਿਬ ਦੇ ਬਾਰੇ, ਜਿਨ੍ਹਾਂ ਨੇ ਆਪਣੀ ਦਾੜਾ ਜਿਹੜਾ ਸੀ ਉਹ ਪੂਛ ਨੂੰ ਲਾਇਆ ਗਊ ਦੀ, ਉਦੋਂ ਬਾਅਦ ਜੋ ਵਾਦ ਵਿਵਾਦ ਸ਼ੁਰੂ ਹੋਇਆ। ਇਹੋ ਜਿਹੇ ਮੰਚ ਤੇ ਬੈਠਾ ਹੋਵੇ ਬੰਦਾ ਤੇ ਇਹੋ ਜਿਹੇ ਬੇਅਦਬੀ ਕਾਂਡ ਦੇ ਕੁੰਵਰ ਵਿਜੇ ਪ੍ਰਤਾਪ ਵਰਗਾ ਸਮਾਂ ਮੰਗੇ ਤੇ ਉਹ ਦਵੇ ਨਾ, ਤੇ ਫਿਰ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕਿ ਅੰਦਰ ਕੀ ਹੈ ਬਾਹਰ ਕੀ ਹੈ, ਹਨਾ। ਬਿਲਕੁਲ ਬਿਲਕੁਲ ਬਿਲਕੁਲ। ਮਤਲਬ ਜਿਹੜਾ ਬੰਦੇ ਨੂੰ ਪਤਾ ਹੈ ਕਿ ਮੈਂ ਕੀ ਕਰ ਰਿਹਾ, ਇਹ ਜਿਹੜਾ ਦਾੜਾ ਸਾਹਿਬ ਪ੍ਰਕਾਸ਼ ਹੋਇਆ, ਇਹਦੀ ਅਹਿਮੀਅਤ ਕੀ ਹੈ ਤੇ ਮੈਂ ਲਾ ਕਿੱਥੇ ਰਿਹਾ। ਬਿਲਕੁਲ ਬਿਲਕੁਲ ਬਿਲਕੁਲ। ਤੇ ਉਹਦੇ ਬਾਅਦ ਜੇ ਇਸ ਤਰ੍ਹਾਂ ਦਾ ਕੋਈ ਮਸਲਾ ਆਉਂਦਾ ਤੇ ਕੀ ਉਹ ਮਸਲੇ ਤੇ ਖੜ ਸਕਣਗੇ, ਭਾਵੇਂ ਕਿ ਪੂਰਨ ਗੁਰਸਿੱਖ ਨੇ। ਚਲੋ, ਜਦੋਂ ਕਿਤੇ ਸਾਹਮਣੇ ਆਉਣਗੇ ਸਵਾਲ ਜ਼ਰੂਰ ਕਰਾਂਗੇ। ਹਾਂਜੀ, ਪਰ ਇਹੋ ਜਿਹੇ ਚੋਰੀ ਛਿਪੇ ਆ ਕੇ ਚਲ ਜਾਂਦੇ ਨੇ ਆਪੋ ਆਪਣੇ ਮਿੱਤਰਾਂ ਦੋਸਤਾਂ ਦੇ ਕੋਲੋਂ, ਨਾ ਉਹ ਮਿੱਤਰ ਦੋਸਤ ਦੱਸਦੇ ਹੁੰਦੇ ਵੀ ਆਏ ਨੇ, ਪਤਾ ਬਾਅਦ ਚ ਪਤਾ ਲੱਗਦਾ ਹੁੰਦਾ, ਇੰਡੀਆ ਤੋਂ ਖਬਰ ਛਪਦੀ ਹੁੰਦੀ ਵੀ। ਚਾਵਲਾ ਸਰ, ਉਹ ਤੁਹਾਡੀ ਗੱਲ ਬਿਲਕੁਲ ਠੀਕ ਹੈ, ਲੇਕਿਨ ਇਹਨਾਂ ਦੇ ਵਿੱਚੋਂ ਅੱਜ ਵੀ ਜੇ ਕੋਈ ਗੱਲਬਾਤ ਕਰਨ ਨੂੰ ਮਾੜਾ ਮੋਟਾ ਹੈਗਾ ਤੇ ਉਹ ਸਿੱਧਵਾ ਹੈ। ਹੁਣ ਕੱਲ ਵੀ ਤੁਸੀਂ ਵੇਖੋ ਨਾ, ਜਿਹੜੇ ਕੁਝ ਬੰਦੇ ਗਏ ਨੇ ਜਾ ਕੇ ਮਿਲੇ ਨੇ, ਸਿੱਧਵਾ ਨੂੰ ਮਿਲੇ ਨੇ ਜਾ ਕੇ, ਵੇਖੋ ਜੀ ਆਪਾਂ ਇਹਦੇ ਤੇ ਇੰਜ ਕਰੀਏ, ਜਿਹੜੇ ਉਹ ਆਪਾਂ ਗੱਲ ਕੀਤੀ ਸੀਗੀ ਬਲਵੰਤ ਸਿੰਘ ਖੇੜਾ ਵਾਲੀ ਗੱਲ, ਉਹ ਕਿਸੇ ਹੋਰ ਕੋਲ ਨਹੀਂ ਗਿਆ, ਸਿੱਧਵਾ ਕੋਲੇ ਗਿਆ ਨੇ। ਸਿੱਧਵਾ ਹੀ ਇੱਕ ਬੰਦਾ ਸੀਗਾ ਵੀ ਆਪਣੀ ਸਰਕਾਰ ਹੋਣ ਦੇ ਬਾਵਜੂਦ ਵੀ ਮੁੱਖ ਮੰਤਰੀ ਨੂੰ ਪੱਤਰ ਲਿਖਿਆ ਸੀ ਵੀ ਮੱਤੇਵਾਲ ਜੰਗਲਾਂ ਨੂੰ ਜਾੜਾ ਨਾ ਬਣਿਓ ਤੁਸੀਂ। ਵੇਖੋ, ਗੱਲ ਤੇ ਆ ਨਾ ਕਿ ਉਹ ਸਮੇਂ ਦੀ ਹੁਣ ਡਿਮਾਂਡ ਹੈ, ਮੰਗ ਹੈ, ਪਰ ਜਿਹੜਾ ਕੰਮ ਕੀਤਾ ਆ ਉਹ ਬੰਦੇ ਨੂੰ ਸਮਝ ਨਹੀਂ ਆਈ ਕਿ ਮੈਂ ਕੀ ਕਰ ਰਿਹਾ ਪਹਿਲਾਂ। ਮਸਲਾ ਤੇ ਉਹ ਆ, ਜੀ ਜੀ ਜੀ, ਧਰਮ ਨੂੰ ਛੱਡ ਦਿਓ, ਰਾਜਨੀਤੀ ਨੂੰ ਵੱਖਰਾ ਕਰ ਲਓ। ਰਾਜਨੀਤੀ ਇਹ ਰਾਜਨੀਤੀ ਆ, ਇਹ ਰਾਜਨੀਤੀ ਦਾ ਇੱਕ ਪੈਂਤੜਾ, ਉਹ ਧਰਮ ਦਾ ਪੈਂਤੜਾ ਤੁਹਾਡਾ ਦਾੜਾ ਸਾਹਿਬ ਜਿਹੜਾ ਵਾ, ਉਸ ਮਸਲੇ ਨੂੰ ਆਪਾਂ ਗਲਗਟ ਕਰਕੇ ਤੇ ਆਪਾਂ ਬਰੀ ਕਰਾਂਗੇ ਤੇ ਔਖਾ ਲੱਗਦਾ। ਖੈਰ, ਜੀ ਜੀ ਜੀ, ਜ਼ਹਿਰੀਲੀ ਸ਼ਰਾਬ, ਮਿੰਟ ਆਪਣੇ ਕੋਲ 30 ਸੈਕਿੰਡ ਨੇ। ਇੱਕ ਖਬਰ ਬੜੀ ਅਹਿਮ ਹੈ, ਮੌਤਾਂ ਤੇ ਇੱਕ ਵੀ ਹੋ ਜੇ, ਕੋਈ ਬੰਦਾ ਬਿਮਾਰ ਵੀ ਹੋ ਜੇ, ਬੜੀ ਖਬਰ ਹੁੰਦੀ ਹੈ। 57 ਮੌਤਾਂ ਹੋਈਆਂ ਨੇ, 400 ਤੋਂ ਵਧੇਰੇ ਵੱਖ-ਵੱਖ ਹਸਪੀਟਲਾਂ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਪਏ ਹੋਏ ਨੇ, ਜੇਰੇ ਇਲਾਜ ਨੇ। ਕੀ ਕਹਿਣਾ ਚਾਹੋਗੇ? 57 ਤੋਂ ਉੱਪਰ ਮੌਤਾਂ ਹੋ ਚੁੱਕੀਆਂ। ਡੈਫੀਨੇਟਲੀ ਹੋ ਸਕਦਾ। 450 ਬੰਦਾ ਅਜੇ ਵੀ ਵੱਖ-ਵੱਖ ਹਸਪੀਟਲ 'ਚ ਐਡਮਿਟ। ਕਿਤੇ ਵੀ ਤੁਹਾਨੂੰ ਅਖਬਾਰ 'ਚ ਖਬਰ ਨਹੀਂ ਮਿਲੇਗੀ, ਕਿਤੇ ਵੀ ਟੀਵੀ ਤੇ ਖਬਰ ਨਹੀਂ ਮਿਲੇਗੀ। ਜੇ ਖਬਰ ਆ ਰਹੀ ਹੈ ਤੇ ਸੋਸ਼ਲ ਮੀਡੀਆ ਤੇ ਆ ਰਹੀ, ਕਿਉਂਕਿ ਗੁਜਰਾਤ 'ਚ ਸਰਕਾਰ ਆਪਣੀ ਹੈ। ਗੁਜਰਾਤ ਦਾ ਨਾ ਮਾਮਲਾ ਜੀ ਜੀ, ਸ਼ਰਾਬ ਨਹੀਂ ਪੀਂਦੇ ਲੋਕ। ਕੋਈ ਹੋਰ ਜਿੱਥੇ ਸਟੇਟ ਦੂਸਰੀ ਹੁੰਦੀ ਤੇ ਸਾਡੇ ਇਹ ਮੀਡੀਆ ਨੇ ਪਿੱਟ ਕੇ ਨੀਲੇ ਜੜੇ ਮਾਰ ਕੇ ਖਪਾਤ ਤੇ ਸਰਕਾਰ ਵਰਗੀ ਬੜਾ ਕੁਝ ਕਹਿਣਾ ਸੀ। ਬਿਲਕੁਲ 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 ਬਿਲਕੁਲ। ਪਿੱਛੇ ਜੇ ਹੋਇਆ ਸੀ ਆਪਣੇ ਤਰਨਤਾਰਨ ਦੇ ਇਲਾਕੇ ਦੇ ਵਿੱਚ, ਜਦੋਂ ਜ਼ਹਿਰੀਲੀ ਸ਼ਰਾਬ ਨਾਲ ਬੰਦੇ ਮਰੇ ਸੀ, ਕਿੰਨਾ ਰੌਲਾ ਪਿੱਟ ਸਿਆਪਾ ਕਿੰਨਾ ਪਿਆ ਸੀਗਾ। ਜੀ ਜੀ ਜੀ, ਇਹੀ ਤੇ ਪੀਲੀ ਪੱਤਰਕਾਰੀ ਆ। ਚਲੋ, ਸਵੇਰੇ ਫੇਰ ਆਪਾਂ ਗੱਲਬਾਤ ਕਰਨੀ ਹੈ 10 ਵਜੇ। ਠੀਕ ਹੈ, ਠੀਕ। 7 ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।